ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜਿਹੜੀ ਆਪਾਂ ਜਪਜੀ ਸਾਹਿਬ ਦੀ ਕਥਾ ਆਰੰਭ ਕੀਤੀ ਹੋਈ ਆ, ਉਹਦੀਆਂ ਆਪਾਂ ਜਿਹੜੀਆਂ 4 ਪੌੜੀਆਂ ਸੁਣ 'ਤੇ ਲਿਖੀਆਂ ਨੇ ਗੁਰੂ ਨਾਨਕ ਸਾਹਿਬ ਦੀਆਂ, ਉਹਦੀ ਵਿਆਖਿਆ ਆਪਾਂ ਕਰ ਰਹੇ ਹਾਂ। ਵੈਸੇ ਤਾਂ ਵਿਆਖਿਆ ਸਾਰੀ ਇਹਦੀ ਹੋ ਹੀ ਚੁੱਕੀ ਆ। ਉਹਦੀ ਅਸੀਂ ਇੱਕ ਤੁਕ ਲਈ ਸੀ ਕਿ ਨਾਨਕ ਭਗਤਾਂ, ਇਹ ਭਗਤ ਸ਼ਬਦ 4 ਵਾਰੀ ਇੱਥੇ ਆਉਂਦਾ ਸੁਣਦੀਆਂ ਪੌੜੀਆਂ 'ਚ, ਅਤੇ 5ਵੀਂ ਵਾਰੀ ਅਸੰਖ ਜਪ ਅਸੰਖ ਭਾਵ ਵਾਲੀਆਂ 'ਚ ਆਉਂਦਾ ਅਸੰਖ ਪੂਜਾ, ਅਸੰਖ ਭਗਤ। ਬੜੇ ਭਗਤ ਨੇ ਉਹਦੇ, ਬੜੇ ਭਗਤੀ ਕਰਦੇ ਨੇ ਆਪੋ ਆਪਣੇ ਤਰੀਕਿਆਂ ਨਾਲ। ਕੋਈ ਜਲ 'ਚ ਬੈਠਾ ਹੈ, ਕੋਈ ਅਗਨੀ 'ਚ ਬੈਠਾ ਹੈ, ਕੋਈ ਗੁਫਾ 'ਚ ਬੈਠਾ, ਕੋਈ ਭੋਰੇ 'ਚ ਬੈਠਾ ਹੈ, ਕੋਈ ਢਾਰੇ 'ਤੇ ਬੈਠਾ ਹੈ। ਬੜੇ ਪੰਗੇ ਲੈਣ ਦੇ ਜੇ, ਤੇਰੇ ਅਨੇਕ ਪਿਆਰੇ ਬੜੇ ਨੇ ਉਹਦੇ, ਬੜੇ ਤਰ੍ਹਾਂ ਦੇ ਨਾਲ ਉਹਨੂੰ ਰਾਧਨ ਦੇ ਨੇ। ਗਿਆਨੀ ਗਿਆਨ ਲਾਵੇ, ਧਿਆਨੀ ਧਿਆਨ ਕਮਾਵੇ, ਪ੍ਰਭ ਕੀ ਨਹੀਂ ਜਾਤਾ, ਮਨ ਖੋਜ ਮਾਰਗ ਸਭ ਕਹਤੇ ਹੈ ਪਾਇਆ। ਅਤੇ ਦਾਅਵੇ ਸਾਰੇ ਹੀ ਕਰਨ ਦੇ ਨੇ। ਜਿਸ ਮੇਲੇ ਸੋ ਭਗਤਾ, ਪਰ ਕੌਣ ਭਗਤ ਹੁੰਦਾ? ਜਿਹਨੂੰ ਰੱਬ ਖੁਦ ਆਪਣੇ ਨਾਲ ਮੇਲੇ ਜੋ ਭਗਤ ਹੋ ਜਾਂਦੇ। ਇਸ ਮੇਲੇ ਸੋ ਭਗਤਾ, ਅਬ ਰੂਪਤ ਸਭ ਤਿਆਗੀ, ਨਾਨਕ ਸ਼ਰਨ ਪਾਵਾਂ, ਨਾਨਕ ਗੁਰਚਰਨ ਪਰਾਤਾ। ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ, ਸੰਨਿਆਸੀ ਸੰਨਿਆਸ ਰਾਤਾ, ਤਪਸੀ ਤਪ ਧਾਰੀ। ਬੜੇ ਨੇ, ਬੇਅੰਤ ਨੇ, ਅੰਤ ਕੋਈ ਨਹੀਂ ਆ। ਹਲੇ ਕਿ ਉਹਦਾ ਭਗਤਾਂ ਦਾ ਇਕੱਲਾ ਅੰਤ ਨਹੀਂ ਗਾ। ਅਸੰਖ ਮੂਰਖ ਅੰਧ ਕੋਰ, ਚੰਕ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏਗਾ। ਪਾਪੀਆਂ ਦਾ ਵੀ ਅੰਤ ਨਹੀਂ ਆ, ਪੁੰਨੀਆਂ ਦਾ। ਜਾਨੀ ਕਿ ਜਿਹੜੀ ਉਹਨੇ ਸ੍ਰਿਸ਼ਟੀ ਰਚੀ ਆ, ਇਹਦੇ ਵਿੱਚ ਕਿਸੇ ਵੀ ਚੀਜ਼ ਦਾ ਅੰਤ ਨਹੀਂ ਹੈ। ਕਿੰਨੀ ਆ ਧਰਤੀ ਉੱਤੇ, ਪਾਣੀ ਕਿੰਨਾ ਵਾ, ਜੀ ਜੰਤੂ ਕਿੰਨੇ ਨੇ, ਬਨਸਪਤੀ ਕਿੰਨੀ ਆ, ਕੋਈ ਅੰਤ ਹੀ ਨਹੀਂ ਆ। ਜੇ ਦਿਖਣ ਵਾਲੇ ਆਕਾਰ ਦਾ ਅੰਤ ਨਹੀਂ ਆ, ਅਤੇ ਨਿਰਾਕਾਰ ਦਾ ਅੰਤ ਕੌਣ ਪਾ ਸਕਦਾ ਹੈ? ਅੰਤਨ ਅੰਤਾ ਸਦਾ ਬੇਅੰਤਾ, ਬੜਾ ਕੁਛ ਆ। ਤੇ ਨਾਨਕ ਭਗਤਾਂ ਸਦਾ ਵਿਗਾਸ। ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਸੁਣਿਆ ਉਹ ਭਗਤ ਹੋ ਗਏ। ਕਿਉਂਕਿ ਸੁਣਨਾ ਜਿਹੜਾ ਰੱਬ ਦਾ ਨਾਮ ਹੈ ਨਾ, ਇਹ ਸਭ ਤੋਂ ਵੱਡੀ ਭਗਤੀ ਹੈ। ਇਸ ਤੋਂ ਉੱਪਰ ਕੋਈ ਭਗਤ ਹੀ ਨਹੀਂ ਹੈ। ਕੋਈ ਬੈਠ ਕੇ ਰੱਬ ਦਾ ਨਾਮ ਸੁਣ ਰਿਹਾ ਹੈ, ਤੇਰਾ ਸੱਦੜਾ ਸੁਣੀਜੇ ਭਾਈ, ਜੇ ਕੋ ਬਏ ਅਲਾਏ। ਕੋਈ ਆਸਾ ਦੀ ਵਾਰ ਸੁਣਦਾ ਹੈ, ਕੋਈ ਸੁਖਮਨੀ ਸਾਹਿਬ ਸੁਣਦਾ, ਕੋਈ ਜਪਜੀ ਸਾਹਿਬ, 5 ਬਾਣੀਆਂ, ਜੋ ਵੀ ਸੁਣਦਾ ਹੈ। ਸੁਣਦਿਆਂ ਸੁਣਦਿਆਂ ਪਦਵੀ ਮਿਲਣੀ ਹੈ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ੍ਹ ਪੜ੍ਹ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ। ਵੇਖੋ ਸਾਰੀਆਂ ਧਰਮ ਦੀਆਂ ਮੂਲ ਗੱਲਾਂ ਰੱਬ ਦੇ ਨਾਮ ਦੇ ਸੁਣਨ ਵਿੱਚ ਨੇ। ਸੁਣਿਆ ਸਤ ਸੰਤੋਖ ਗਿਆਨ। ਲਓ ਹੁਣ ਦੁਨੀਆ ਨੂੰ ਗਿਆਨ ਕਿੱਥੋਂ ਮਿਲੂਗਾ, ਸੰਤੋਖ ਕਿੱਥੋਂ ਮਿਲੂਗਾ? ਸਾਹਿਬ ਕਹਿੰਦੇ ਤੁਸੀਂ ਰੱਬ ਦਾ ਨਾਮ ਸੁਣੋ, ਇਹ ਚੀਜ਼ਾਂ ਤੁਹਾਡੇ ਕੋਲ ਆਪਣੇ ਆਪ ਆਉਣਗੀਆਂ। ਇਹ ਬੜੀ ਲੰਮੀ ਚੌੜੀ ਇਸ ਦੀ ਵਿਆਖਿਆ ਕਰ ਚੁੱਕੇ ਹਾਂ ਅੱਗੇ। ਸੁਣਿਆ 68 ਕਾ ਇਸ਼ਨਾਨ, ਲੋਕੀ ਤੀਰਥਾਂ 'ਤੇ ਜਾਂਦੇ ਨੇ। ਸਾਹਿਬ ਕਹਿੰਦੇ ਤੂੰ ਰੱਬ ਦਾ ਨਾਮ ਸੁਣ ਲਾ, ਤੇਰਾ ਘਰ ਵਿੱਚ ਤੀਰਥ ਵਾ। ਤੂੰ ਆਸਾ ਦੀ ਵਾਰ ਸਵੇਰੇ ਚੌਂਕੜਾ ਮਾਰ ਕੇ 2-2.5 ਘੰਟੇ ਦੀ ਹੁੰਦੀ, ਸੁਣ ਲਿਆ ਕਰ। ਹਾਂ
ਤੇ ਤੇਰਾ ਘਰ ਵਿੱਚ ਹੀ ਤੀਰਥ ਵਾ, ਤੂੰ ਕਿਉਂ ਬਾਹਰ ਪੰਗੇ ਕਿਉਂ ਲੈਣ ਦਿਆਂ ਵਾ। ਤੇ ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ੍ਹ ਪੜ੍ਹ ਪਾਵੇ ਮਾਣ। ਤੇ ਬੰਦੇ ਦੇ ਅੰਦਰ ਇੱਕ ਵੱਡੀ ਭੁੱਖ ਕਿ ਮੈਨੂੰ ਮਾਣ ਦੇਵੇ ਦੁਨੀਆ, ਮੈਂ ਇਹੋ ਜਿਹੇ ਕਰਮ ਕਰਾਂ ਕਿ ਦੁਨੀਆ ਮੈਨੂੰ ਮਾਣ ਦੇਵੇ। ਇਹ ਜਿਹੜੇ ਬਾਬੇ ਚਿੜੀਆਂ ਕਾਂ ਰੱਖ ਕੇ ਬੈਠੇ ਹੋਏ ਆ ਨਾ, ਚਿੱਤ ਲਾਉਣਾ ਸੀ ਹਰ ਨਾਮ ਸਿਉ, ਪ੍ਰੀਤ ਲੱਗੀ ਹਰ ਨਾਮ ਸਿਉ। ਇਹ ਹਸਤੀ ਘੋੜੇ ਤੇ ਬਾਹਰ ਘੋੜੇ ਹਸਤੀ ਤੇ ਚਿੜੀਆਂ ਕਾਂ ਰੱਖ ਕੇ ਬਹਿ ਗਏ ਬਾਬੇ। ਕਾਰਨ ਇਹਨਾਂ ਚੀਜ਼ਾਂ ਦੇ ਨਾਲ ਲੋਕਾਂ ਨੂੰ ਮਾਣ ਬੜਾ ਮਿਲਦਾ ਹੈ। ਦੁਨੀਆ ਨੇ ਐਸੇ ਚੀਜ਼ ਨੂੰ ਹੀ ਧਰਮ ਕਰਮ ਸਮਝਿਆ ਹੋਇਆ ਤੇ ਦੁਨੀਆ ਮਾਣ ਦਿੰਦੀ ਫਿਰ ਉਹਨਾਂ ਨੂੰ। ਤੇ ਰੱਬ ਦਾ ਸਾਹਿਬ ਕਹਿੰਦੇ ਵੱਖਰ ਨਾਮ ਵੇਖਣ ਕੋਈ ਜਾਏ, ਵੱਖਰ ਨਾਮ ਵੇਖਣ ਕੋਈ ਜਾਏ, ਨਾ ਕੋਈ ਚਾਖੇ ਨਾ ਕੋਈ ਖਾਏ। ਲੋਕੀ ਵੇਖਦੇ ਹੀ ਨੇ, ਚੱਖਦੇ ਨਹੀਂ ਹੈ, ਨਾ ਕੋਈ ਵੱਖਰ ਨਾਮ ਵੇਖਣ ਕੋਈ ਜਾਏ। ਸਭ ਲੋਕੀ ਵੇਖਣ ਹੀ ਜਾਂਦੇ ਨੇ ਬਾਬਾ ਜੀ ਨੇ ਚਿੜੀਆ ਘਰ ਬਣਾਇਆ ਹੋਇਆ। ਨਾ ਕੋਈ ਚਾਖੇ ਨਾ ਕੋਈ ਖਾਏ, ਕੋਈ ਅੰਮ੍ਰਿਤ ਰਸ ਨਹੀਂ ਚੱਖਦਾ, ਕੋਈ ਨਹੀਂ ਜੁੜਦਾ, ਕੋਈ ਨਹੀਂ, ਸਿਰਫ ਚਿੜੀਆਂ ਕਾਂ ਵੇਖਣ ਜਾਂਦੇ ਨੇ। ਆ ਜਿਹੜੇ ਸਾਡੇ ਯਾਤਰਾ 'ਤੇ ਜਾਂਦੇ ਆ ਨਾ, ਇਹ ਵੀ ਕਹਿਣਗੇ ਉੱਧਰ ਨੂੰ ਗੱਡੀ ਖੜਿਓ ਜਿੱਥੇ ਉਹ ਮੂਰਤੀਆਂ ਬਣੀਆਂ ਹੋਈਆਂ। ਵੇਖਣਾ ਮਾੜਾ ਨਹੀਂ ਹੈ, ਪਰ ਚਾਖਣਾ ਵੀ ਤਾਂ ਚਾਹੀਦਾ ਹੈ ਨਾ। ਵੱਖਰ ਨਾਮ ਵੇਖਣ ਕੋਈ ਜਾਏ, ਨਾ ਕੋਈ ਚਾਖੇ ਨਾ ਕੋਈ ਖਾਏ, ਸਿਰਫ ਵੇਖਣ ਹੀ ਜਾਂਦੇ ਨੇ। ਬਾਬੇ ਨੇ ਉੱਥੇ ਹਿਰਨ ਵੀ ਰੱਖੇ ਨੇ, ਬਾਬੇ ਨੇ ਉੱਥੇ ਸੱਪ ਵੀ ਰੱਖੇ ਨੇ, ਬਾਬੇ ਨੇ ਮੋਰ ਵੀ ਰੱਖੇ ਨੇ। ਅਤੇ ਬਾਬੇ ਨੂੰ ਕਹੇ ਫਿਰ ਤੂੰ ਫਿਰ ਹੋਰ ਬਾਜ਼ਾਰ ਵਿੱਚ ਕੋਈ ਹੋਰ ਧੰਦਾ ਕਰ ਲੈ। ਫਿਰ ਬਾਬਾ ਥੋੜ੍ਹਾ ਤੂੰ ਇਹ ਪਦਵੀਆਂ ਫਿਰ ਧਰਮ ਦੀਆਂ ਥੋੜ੍ਹੀਆਂ ਚਿੜੀਆਂ ਕਾਂ ਰੱਖਣੇ। ਬੰਦਾ ਮਾਣ ਦਾ ਭੁੱਖਾ ਹੈ, ਉਹ ਕੰਮ ਕਰਨਾ ਚਾਹੁੰਦਾ ਜਿਹਦੇ ਨਾਲ ਇਹਨੂੰ ਮਾਣ ਪ੍ਰਾਪਤ ਹੋਵੇ। ਅਤੇ ਝੂਠੇ ਮਾਣ ਵਾਸਤੇ ਜ਼ਿੰਦਗੀ ਲੋਕ ਆਪਣੀ ਜ਼ਿੰਦਗੀ ਲਾ ਦਿੰਦੇ ਨੇ, ਮਾਣ ਫੇਰ ਵੀ ਨਹੀਂ ਮਿਲਦਾ। ਸਾਹਿਬ ਕਹਿੰਦੇ ਇਹੋ ਜਿਹੇ ਸਿਆਪਿਆਂ ਨੂੰ ਛੱਡ ਤੂੰ, ਬਾਬੇ ਦਰਿਆਵਾਂ ਦੇ ਪੁਲ ਬੰਨ੍ਹ ਦਿੰਦੇ ਨੇ। ਦੱਸੋ ਇਹ ਕੰਮ ਸਰਕਾਰਾਂ ਦੇ ਕੰਮ ਛੱਡ ਦੇ ਜਿਹੜੇ ਬਾਬੇ ਕਰਨ ਕਿਉਂ ਕਰਨੇ। ਸਾਹਿਬ ਕਹਿੰਦੇ 68 ਕਾ ਇਸ਼ਨਾਨ, ਸੁਣਿਆ ਪੜ੍ਹ ਪੜ੍ਹ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ। ਲਓ ਧਰਮ ਦੀ ਮੂਲ ਗੱਲ ਹੈ ਕਿ ਰੱਬ ਦੇ ਨਾਮ ਦੇ ਨਾਲ ਚਿੱਤ ਜੁੜਨਾ। ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਅਗਰ ਰੱਬ ਦੇ ਚਰਨਾਂ ਨਾਲ ਚਿੱਤ ਇਕਾਗਰ ਹੋ ਗਿਆ ਤੇ ਇਸ ਤੋਂ ਉੱਪਰ ਕੁਛ ਨਹੀਂ ਹੈ ਧਰਮ ਦਾ। ਉਹ ਵੀ ਸਾਹਿਬ ਕਹਿੰਦੇ ਸੁਣਿਆ ਲਾਗੇ ਸਹਿਜ ਧਿਆਨ। ਆਪਾਂ ਬੜੀ ਲੰਮੀ ਚੌੜੀ ਦੀ ਵਿਆਖਿਆ ਕਰ ਛੱਡੀ। ਲੋਕ ਇਹ ਕੰਮ ਛੱਡ ਕੇ, ਸੁਣਨਾ ਜਪਣਾ ਛੱਡ ਕੇ ਤੇ ਲੋਕ ਝੱਖਾਂ ਮਾਰਦੇ ਨੇ। ਫਿਰ ਧਰਮ ਦੇ ਅੰਦਰ ਬੜੀਆਂ ਝੱਖਾਂ ਚੱਲਦੀਆਂ ਨੇ। ਆਓ ਆਪਾਂ ਜਿਹੜੀ ਗੱਲ ਸੀ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਹ ਜੋ ਸੁਣੀ ਗਿਆ, ਕੋਈ ਸੁਣੀ ਗਿਆ ਸਾਹਿਬ ਕਹਿੰਦੇ ਉਹ ਭਗਤ ਹੋ ਜਾਣਾ ਹੈ। ਅਤੇ ਆਪਣੀ ਵਿਆਖਿਆ ਸੀ ਭਗਤ ਕਿਸ ਨੂੰ ਕਹਿੰਦੇ ਨੇ, ਸੰਤ ਕਿਸ ਨੂੰ ਕਹਿੰਦੇ ਨੇ। ਆਪਾਂ ਭਗਤ ਦੀ ਵਿਆਖਿਆ ਕਰਨ ਦੇ ਹਾਂ। ਭਗਤ ਭਗਤ ਕਹੇ ਸਭ ਕੋਈ, ਬਿਨ ਸਤਿਗੁਰ ਸੇਵੇ ਭਗਤ ਨਾ ਹੋਈ। ਸਾਰੇ ਕਹਿੰਦੇ ਅਸੀਂ ਭਗਤੀ ਕਰਦੇ ਹਾਂ, ਅਸੀਂ ਭਗਤ ਹਾਂ, ਅਸੀਂ ਭਗਤੀ ਕਰਦੇ ਹਾਂ, ਅਸੀਂ ਭਗਤ ਕਰਦੇ ਹਾਂ। ਸਾਹਿਬ ਕਹਿੰਦੇ ਗੁਰੂ ਦੀ ਸੇਵਾ ਤੋਂ ਬਿਨਾਂ ਤੁਸੀਂ ਭਗਤੀ ਕਿਵੇਂ ਕਰ ਲਈ ਜੇ, ਹੁੰਦੀ ਨਹੀਂ ਹੈ ਇੱਦਾਂ। ਭਗਤ ਭਗਤ ਕਹੇ ਸਭ ਕੋਈ, ਬਿਨ ਸਤਿਗੁਰ ਸੇਵੇ ਭਗਤ ਨਾ ਹੋਈ। ਕਿੱਦਾਂ ਕਰ ਲਈ ਤੁਸੀਂ ਭਗਤੀ ਗੁਰੂ ਦੀ ਸੇਵਾ ਤੋਂ ਬਿਨਾਂ।
ਗੁਰੂ ਅਮਰਦਾਸ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਿਆ ਸਾਨੂੰ। ਗੁਰੂ ਅਮਰਦਾਸ ਕਹਿੰਦੇ, ਭਗਤ ਨਿਰਾਲੀ ਅਲਾਹ ਕੀ, ਜਾਪੇ ਗੁਰ ਵਿਚਾਰ। ਇਹ ਬੜੀ ਨਿਰਾਲੀ ਚਾਲ ਹੈ, ਭਗਤਾਂ ਕੀ ਚਾਲ ਨਿਰਾਲੀ ਹੈ। ਇਹ ਗੁਰੂ ਦੀ ਵਿਚਾਰ ਅਤੇ ਗੁਰੂ ਦੀ ਸੇਵਾ ਵਿੱਚੋਂ ਇਹ ਭਗਤੀ ਮਿਲਦੀ ਹੈ। ਅਤੇ ਭਗਤਾਂ ਕੀ ਚਾਲ ਕੀ ਨਿਰਾਲੀ ਹੁੰਦੀ ਹੈ? ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਬੜੀ ਔਖੀ ਤਰੀਕੇ ਦੇ ਨਾਲ ਜ਼ਿੰਦਗੀ ਬਤੀਤ ਕਰਦੇ ਨੇ, ਦੁਨੀਆਦਾਰ ਖਾਂਦੇ ਪੀਂਦੇ ਮੌਜਾਂ ਪੈ ਕਰਦੇ ਨੇ, ਅਤੇ ਸੰਗਤਾਂ ਭਗਤਾਂ ਦੀ ਜ਼ਿੰਦਗੀ ਇੱਕ ਟਰੈਕ ਉੱਤੇ ਚੱਲਦੀ ਹੈ। ਕਹਿੰਦੇ ਨਾ ਕਿ ਸਿੱਖਾ ਸਿੱਖੀ ਬੜੀ ਦੂਰ ਹੈ, ਜੈਸੀ ਉੱਚੀ ਲੰਮੀ ਖਜੂਰ ਹੈ। ਚੜ੍ਹ ਜਾਏ ਤਾਂ ਰਸ ਪੀ ਲੈ, ਨਹੀਂ ਤੇ ਚੱਕਣਾ ਚੂਰ ਹੈ। ਕਬੀਰ ਸੂਲੀ ਉੱਪਰ ਖੇਲਣਾ, ਸੰਤ ਦਾ ਭਗਤ ਦਾ ਜੀਵਨ ਇੱਕ ਦੁਨੀਆਦਾਰ ਧਰਤੀ 'ਤੇ ਚੱਲਦਾ, ਸਮਤਲ ਚੱਲਦਾ ਹੈ, ਪਰ ਭਗਤ ਸੂਲੀ ਉੱਤੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਬੜੀ ਮੁਸ਼ਕਲ, ਬੜੀ ਉਹਨਾਂ ਦੀ ਕਠਿਨਾਈ ਹੁੰਦੀ ਜ਼ਿੰਦਗੀ ਵਿੱਚ। ਖਾਣਾ ਸੰਜਮ ਦਾ, ਬੋਲਣਾ ਸੰਜਮ ਦਾ, ਕੋਈ ਲੜਾਈ ਝਗੜਾ ਕੋਈ ਕੱਖ ਨਹੀਂ ਜ਼ਿੰਦਗੀ ਦੇ ਵਿੱਚ। ਅਤੇ ਗੁਰੂ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੇ ਸੁਣਿਆ ਉਹ ਭਗਤ ਹੋ ਗਏ। ਅਤੇ ਉਹਨਾਂ ਨੂੰ ਕਿਹਾ, ਨਾਨਕ ਭਗਤਾਂ ਸਦਾ ਵਿਗਾਸ। ਆਓ ਆਪਾਂ ਭਗਤ ਦੀ ਵਿਆਖਿਆ ਕਰ ਰਹੇ ਸੀ, ਅਤੇ ਬਾਬਾ ਫਰੀਦ ਜੀ ਨੇ ਕਿਹਾ, ਕੱਲ੍ਹ ਆਪਾਂ ਬਚਨ ਕੀਤਾ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ। ਕੋਈ ਬੰਦਾ ਮੇਰੇ ਕੋਲ ਆਵੇ, ਇਹ ਪੁਰਾਣੀਆਂ ਬੋਲੀਆਂ ਸੀ ਖਤਮ ਹੁੰਦੀਆਂ ਜਾ ਰਹੀਆਂ। ਕਹਿੰਦਾ, ਕੀ ਲੋੜਦਾ ਤੂੰ, ਮੇਰੇ ਕੋਲ ਕੀ ਲੋੜਦਾ ਤੂੰ, ਕੀ ਚਾਹੁੰਦਾ ਕੀ ਹੈ ਤੂੰ। ਆਪਾਂ ਕਹਿੰਦੇ ਕੀ ਚਾਹੁੰਦਾ ਤੂੰ, ਵੀ ਉਹਨੂੰ ਕਹਿੰਦੇ ਕੀ ਲੋੜਦਾ ਹੈ ਤੂੰ। ਇਹ ਪੁਰਾਣੀ ਭਾਸ਼ਾਵਾਂ ਨੇ, ਬੋਲੀਆਂ ਨੇ, ਪੰਜਾਬੀ ਆ। ਅੱਜ ਕੱਲ੍ਹ ਅਸੀਂ ਕਹਿੰਦੇ ਕੀ ਚਾਹੁੰਦਾ ਤੂੰ। ਫਰੀਦਾ, ਲੋੜੇ ਦਾਖ ਬਜੌਰੀਆਂ, ਲੋੜੇ ਕਹਿ ਲਓ ਜਾਂ ਲੋੜੀਏ, ਇਹ ਪੁਰਾਣੀਆਂ ਭਾਸ਼ਾਵਾਂ ਨੇ, ਚੱਲਦੀਆਂ ਹੁਣ ਵੀ ਕਿਤੇ ਕਿਸੇ ਇਲਾਕੇ ਦੇ ਵਿੱਚ। ਲੋੜੇ ਦੁਆਖ ਬਜੌਰੀਆਂ, ਦਰਵੇਸ਼ਾਂ ਨੂੰ ਲੋੜੀਏ। ਦਰਵੇਸ਼ਾਂ ਨੂੰ ਕੀ ਕਰਨਾ ਚਾਹੀਦਾ ਜ਼ਿੰਦਗੀ 'ਚ, ਕੀ ਕਰਨਾ ਚਾਹੀਦਾ ਉਹਨਾਂ ਨੂੰ? ਰੁੱਖਾਂ ਦੀ ਜੀ ਰਾਂਦ, ਬਸ ਦਰਵੇਸ਼ ਬਣਨਾ ਹੈ। ਅਤੇ ਉਹਨੂੰ ਇੱਕ ਗੱਲ ਕਰਨੀ ਚਾਹੀਦੀ ਆ, ਉਹਦਾ ਜਿਗਰਾ ਉਹ ਰੁੱਖ ਵਰਗਾ ਹੋਵੇ। ਆਪਾਂ ਇਹਦੀ ਵਿਆਖਿਆ ਪਹਿਲਾਂ ਕਰ ਚੁੱਕੇ ਹਾਂ। ਇਹ ਲੋੜੀਂਦਾ, ਲੋੜੀਂਦੀਏ, ਲੋੜੀਂਦੜਾ ਸਾਜਨ ਮੇਰਾ, ਕਰ ਕਰ ਮੰਗਲ ਗਾਓ ਸਖੀਏ, ਕਰ ਘਟ ਤਿਸੇ ਬਸੇਰਾ। ਇਹ ਲੋੜੀਂਦਾ ਸ਼ਬਦ ਜਿਹੜਾ ਨਾ, ਜੋ ਲੋੜੀਂਦੇ ਰਾਮ ਸੇਵਕ ਸਈ ਕਾਂਢੀਏ। ਕਹਿੰਦੇ ਸੇਵਕ ਕੌਣ ਹੁੰਦਾ ਹੈ? ਰੱਬ ਦਾ, ਜਿਹੜਾ ਕੇਵਲ ਰੱਬ ਨੂੰ ਚਾਹੁੰਦਾ ਹੈ, ਉਹ ਹੀ ਭਗਤ ਹੁੰਦਾ ਹੈ। ਕੱਲ੍ਹ ਵੀ ਕਿਹਾ ਸੀ ਨਾ ਆਪਾਂ ਕਿ ਸੋ ਦਰਵੇਸ਼, ਦਰਵੇਸ਼ ਕੌਣ ਹੈ, ਸੰਤ ਕੌਣ ਹੈ, ਭਗਤ ਕੌਣ ਹੈ? ਜੇ ਸੋ ਦਰਵੇਸ਼ ਜਿਸ ਸਿਫਤ ਧਰਾ, ਫਰੀਦਾ ਲੋੜਿਆਂ ਦਾਖ ਬਜੌਰੀਆਂ। ਫਰੀਦਾ ਦਰਵੇਸ਼ਾਂ ਨੂੰ ਲੋੜੀਏ, ਜੋ ਲੋੜੀਂਦੇ ਰਾਮ, ਜੋ ਰਾਮ ਨੂੰ ਚਾਹੁੰਦੇ ਨੇ। ਲੋੜੀਏ ਮੈਨੇ ਜੋ ਚਾਹੁੰਦੇ ਨੇ, ਜੋ ਇੱਛਾ ਰੱਖਦੇ ਨੇ ਮਨ ਵਿੱਚ, ਉਹਨੂੰ ਭਗਤ ਕਿਹਾ ਜਾ ਸਕਦਾ। ਜਿਹੜੇ ਕੇਵਲ ਰਾਮ ਨੂੰ ਲੋੜਦੇ ਨੇ, ਉਸ ਨੂੰ ਚਾਹੁੰਦੇ ਨੇ। ਜਿੱਥੇ ਲੋੜ, ਇੱਕ ਲੋੜ ਸ਼ਬਦ ਹੁੰਦਾ ਹੈ। ਤੇਰੀ ਕੀ ਲੋੜ ਹੈ, ਮਤਲਬ ਤੂੰ ਕੀ ਚਾਹੁੰਦਾ ਹੈ, ਤੇਰੀ ਲੋੜ ਕੀ ਹੈ, ਤੂੰ ਚਾਹੁੰਦਾ ਕੀ ਹੈ, ਤੇਰੀ ਮੰਗ ਕੀ ਹੈ। ਜਿਹਨੂੰ ਕਹਿੰਦੇ ਲੋੜ ਕੀ ਹੈ, ਮਤਲਬ ਕੀ ਚਾਹੁੰਦਾ ਹੈ ਤੂੰ। ਬਾਬਾ ਫਰੀਦ ਕਹਿੰਦੇ ਦਰਵੇਸ਼ਾਂ ਨੂੰ ਕੀ ਚਾਹੀਦਾ ਹੈ? ਦਰਵੇਸ਼ਾਂ ਨੂੰ ਲੋੜੀਏ,
ਇਹਦੀ ਪਹਿਲੀ ਤੁਕ ਵਾ, ਫਰੀਦਾ ਅੱਲਾ ਕੀ ਕਰ ਬੰਦਗੀ, ਨਹੀਂ ਮਾਫ਼ ਕਰ ਮੈਂ ਭੁੱਲ ਗਿਆ ਉਹ ਤੁਕ। ਉਹ ਤੁਕ ਸੀ ਫਰੀਦਾ ਸਾਹਿਬ ਦੀ ਕਰ ਚਾਕਰੀ। ਤੂੰ ਸਰਕਾਰੀ ਦਫ਼ਤਰੇ ਜਾਣਾ, ਪ੍ਰਾਈਵੇਟ ਫੈਕਟਰੀ ਜਾਣਾ, ਤੂੰ 8 ਘੰਟੇ ਕੰਮ ਕਰਦਾ ਹੈ, ਅਤੇ ਸਰਕਾਰ ਦਾ ਅਤੇ ਕੋਆਪਰੇਟ ਦਾ, ਤੂੰ ਪ੍ਰਾਈਵੇਟ ਫਰਮ ਦਾ ਚਾਕਰ ਅਖਵਾਉਣਾ ਹੈ। ਕਹਿੰਦੇ ਜੇ ਇੰਨਾ ਹੀ ਸਮਾਂ ਤੂੰ ਰੱਬ ਦੀ ਬੰਦਗੀ ਵੱਲ ਨੂੰ ਦੇ ਦੇ ਫਰੀਦਾ, ਸਾਹਿਬ ਦੀ ਕਰ ਚਾਕਰੀ। ਬਾਬਾ ਫਰੀਦ ਵਰਗਿਆਂ ਨੇ ਸਾਰੀ ਜ਼ਿੰਦਗੀ ਰੱਬ ਦੀ ਚਾਕਰੀ ਕੀਤੀ ਹੈ। ਹਮ ਚਾਕਰ ਗੋਬਿੰਦ ਕੇ, ਏਕ ਨਹੀਂ ਚਾਕਰੀ, ਦੂਜੇ ਲੱਗੇ ਜਾਏ। ਉਹ ਚਾਕਰੀ ਕਾਹਦਾ ਜਿਹੜਾ ਆਪਣੀ ਡਿਊਟੀ 'ਤੇ ਕਾਇਮ ਨਹੀਂ ਹੈ। ਹਮ ਚਾਕਰ ਗੋਬਿੰਦ ਕੇ, ਅਸੀਂ ਉਸ ਦੀ ਚਾਕਰੀ ਕਰਦੇ ਹਾਂ। ਕਿਸ ਤਰ੍ਹਾਂ ਕਰਦੇ ਤੇ ਤੁਸੀਂ ਬਾਬਾ ਫਰੀਦ ਜੀ ਨੂੰ ਕਿਸੇ ਨੇ ਪੁੱਛਿਆ ਉਹਦੀ ਚਾਕਰੀ ਕਿਸ ਤਰ੍ਹਾਂ ਹੁੰਦੀ ਹੈ? ਤੇ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਕਹਿੰਦੇ ਲਾਏ ਚਿੱਤ ਕਰ ਚਾਕਰੀ। ਉਹਦੇ ਨਾਲ ਚਿੱਤ ਲਾਉਣਾ ਹੀ ਉਸ ਦੀ ਚਾਕਰੀ ਹੈ, ਹੋਰ ਕੋਈ ਚਾਕਰੀ ਨਹੀਂ ਉਸ ਦੀ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਬੱਧੀਆਂ ਕਰ ਧਾਮਣੀ, ਤਾਂ ਕੋ ਵੇਖ ਆਖੇ ਧਨ। ਅਤੇ ਜਿੱਦਣ ਤੂੰ ਮਹੀਨਾ ਲਾ ਕੇ ਮੁੜ ਕੇ ਮਾਲਕ ਨੂੰ ਕਹਿੰਦਾ ਮੇਰਾ ਮਹੀਨਾ ਲੱਗ ਗਿਆ, ਉਹ ਤੈਨੂੰ ਤਨਖਾਹ ਦਿੰਦਾ ਹੈ। ਅਤੇ ਜਿੱਦਣ ਰੱਬ ਨੇ ਤੈਨੂੰ ਵੇਖ ਲਿਆ ਨਾ, ਨਾਨਕ ਦੇਖੇ ਨਦਰ ਕਰ, ਜਿੱਦਣ ਤੂੰ ਉਹਦੀ ਚਾਕਰੀ ਕੀਤੀ, ਉਹਦੀ ਫਰੀਦਾ ਸਾਹਿਬ ਦੀ ਕਰ ਚਾਕਰੀ, ਉਸ ਦੀ ਚਾਕਰੀ ਕੀਤੀ ਤੂੰ ਜਿਸ ਦਿਨ। ਅਤੇ ਜਿਸ ਦਿਨ ਤੂੰ ਚਾਕਰੀ ਕਰਦਾ ਰਿਹਾ, ਜਿਸ ਦਿਨ ਉਸਨੇ ਤੈਨੂੰ ਵਜੋ ਮਿਲੇ ਨਾਨਕ ਏਕ ਨਾਮ, ਜਿਸ ਦਿਨ ਤੈਨੂੰ ਉਹਨੇ ਤਨਖਾਹ ਵੀ ਦੇਣੀ ਆ, ਅਤੇ ਜੇ ਬਹੁਤਾ ਕੰਮ ਸਹੀ ਤਰੀਕੇ ਨਾਲ ਕੀਤਾ ਹੋਊਗਾ ਅਤੇ ਤੈਨੂੰ ਵਜ਼ੀਫਾ ਵੀ ਦੇਣਾ ਵਾ। ਅੱਗੇ ਸਰਕਾਰੀ ਮੁਲਾਜ਼ਮ ਅੱਜ ਤੋਂ 20-25 ਸਾਲ ਪਹਿਲਾਂ ਡਿਊਟੀਆਂ ਦਿੰਦੇ ਸੀ, ਕੰਮ ਕਰਦੇ ਹੁੰਦੇ, ਅਤੇ ਸਰਕਾਰ ਸਾਲ ਪਿੱਛੋਂ ਬੋਨਸ ਦਿੰਦੀ ਹੁੰਦੀ ਸੀ, ਤੁਸੀਂ ਕੰਮ ਬੜਾ ਕੀਤਾ ਹੈ। ਹੁਣ ਤਾਂ ਤਹਿਸ ਨਹਿਸ ਹੋ ਗਿਆ, ਸਰਕਾਰੀ ਮੁਲਾਜ਼ਮ ਕੋਈ ਕੰਮ ਨਹੀਂ ਕਰਦਾ, ਦਫ਼ਤਰਾਂ 'ਚ ਨਹੀਂ ਵੜਦਾ। ਹੁਣ ਤਾਂ ਥੋੜ੍ਹਾ ਬਹੁਤਾ ਡਰ ਪੈ ਗਿਆ ਫਿਰ ਨਵੀਂ ਸਰਕਾਰ ਬਣਨਾ। ਪਹਿਲਾਂ ਤਾਂ ਅਯਾਸੀਆਂ ਕੀਤੀਆਂ ਇਹਨਾਂ ਲੋਕਾਂ ਨੇ। 4 ਐਤਵਾਰ, 4 ਸ਼ਨੀਵਾਰ ਮਹੀਨੇ ਦੇ 8, 2 ਸਰਕਾਰੀ ਛੁੱਟੀਆਂ 10, 3 ਫਰਲੋ 15, ਮਹੀਨੇ ਦੀਆਂ 15 ਛੁੱਟੀਆਂ। 10 ਵਜੇ ਸਾਹਿਬ ਜੀ ਹੋਣਾ ਆਉਣਾ, ਅਤੇ 3-2:30 ਵਜੇ ਫੇਰ ਘਰ ਸਾਹਿਬ ਜੀ ਦਫ਼ਤਰੋਂ ਗੁੰਮ ਹੋ ਜਾਂਦੇ ਸੀ। ਤਾਈਓ ਬੋਨਸ ਬੰਦ ਹੋ ਗਏ ਤਾਈਓ ਤੇ ਸਾਰੇ ਹੀ ਸਰਕਾਰੀ ਅਦਾਰੇ ਫੇਲ ਹੋ ਗਏ। ਅਸੀਂ ਕੀਤੇ ਨੇ, ਹੋਰ ਕਿਸੇ ਥੋੜ੍ਹਾ ਕੀਤੇ, ਅਸੀਂ ਕੀਤੇ ਨੇ। ਅਤੇ ਜਿੱਥੇ ਇੱਥੇ ਫੇਲ ਹੋਏ ਨੇ, ਉੱਧਰ ਰੱਬ ਦੇ ਰਾਹ ਦੇ ਪਾਂਧੀ ਵੀ ਫੇਲ ਹੋਏ ਨੇ। ਕੋਈ ਓਨੀਆਂ ਮਿਹਨਤਾਂ ਮਸ਼ੱਕਤਾਂ ਤਿਆਗ ਨਹੀਂ ਕਰਦਾ ਜਿੰਨਾ ਇੱਕ ਰੱਬ ਦੇ ਪਾਂਧੀ ਨੂੰ ਕਰਨਾ ਚਾਹੀਦਾ। ਉਹਨਾਂ ਤਿਆਗ ਨਹੀਂ ਕੋਈ ਕਰਦਾ, ਵੈਰਾਗ ਨਹੀਂ ਹੈ। ਉੱਧਰੋਂ ਵੀ ਵਜ਼ੀਫਾ ਬੋਨਸ ਮਿਲਣੋਂ ਹਟ ਗਿਆ, ਇੱਧਰੋਂ ਵਜ਼ੀਫਾ ਮਿਲਣੋਂ ਹਟ ਗਿਆ। ਵਜੋ ਮਿਲੇ ਨਾਨਕ ਏਕ ਨਾਮ, ਨਾਨਕ ਦੇਖੇ ਨਦਰ ਕਰ। ਚੜ੍ਹੇ ਚਵੱਗਣ ਵੰਨ, ਫਿਰ ਜ਼ਿੰਦਗੀ 'ਚ ਚੜ੍ਹਦੀ ਕਲਾ ਆਊਗੀ। ਜਿੱਦਣ ਉਸਨੇ ਤੂੰ ਉਸ ਦੀ ਚਾਕਰੀ ਕੀਤੀ ਨਾ, ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਏ ਭਰਾਂਦ, ਦਰਵੇਸ਼ਾਂ ਨੂੰ ਲੋੜ ਹੀ ਹੈ। ਪਹਿਲੀ ਗੱਲ ਤੇ ਤੂੰ ਦਾ ਚਾਕਰ ਬਣ ਗਿਓ ਨਾ, ਤੇ ਤੇਰੀ ਦਿਲ ਦੀ, ਮਨ ਦੀ, ਚਿੱਤ ਦੀ ਭਟਕਣਾ ਖਤਮ ਹੋ ਜਾਣੀ। ਚਿੱਤ ਭਟਕ ਰਿਹਾ ਤੇ ਬੰਦਾ ਭਟਕ ਰਿਹਾ ਹੈ ਨਾ। ਆ ਜਿਹੜੀ ਤੀਰਥਾਂ 'ਤੇ ਇੰਨੀ ਭੀੜ ਲੱਗੀ ਹੋਈ ਹੈ, ਕੀ ਲੋਕ ਧਰਮ ਕਮਾਉਣ ਜਾ ਰਹੇ ਨੇ ਤੀਰਥਾਂ ਉੱਤੇ? ਕੱਖ ਵੀ ਨਹੀਂ। ਇਹ ਤੀਰਥਾਂ ਉੱਤੇ ਧਰਮ ਕਮਾਉਣ ਨਹੀਂ ਜਾ ਰਹੇ, ਇਹ ਲੋਕ ਭਟਕ ਰਹੇ ਨੇ, ਅਤੇ ਭਟਕਦੇ ਤੀਰਥਾਂ ਨੂੰ ਤੁਰੇ ਜਾ ਰਹੇ ਨੇ। ਭਰਮ 'ਚ ਨੇ, ਭਟਕਣਾ 'ਚ ਨੇ ਲੋਕ।
ਅਸ਼ਾਂਤ ਹੋ ਗਈ ਦੁਨੀਆ। ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਸਾਹਿਬ ਦੀ ਕਰ ਚਾਕਰੀ। ਕੀ ਹੋਊਗਾ? ਦਿਲ ਦੀ ਲਾਏ ਭਰਾਂਤ, ਵੇਖ ਤੇਰਾ ਚਿੱਤ ਕਿੰਨਾ ਭਟਕਦਾ ਹੈ, ਕਿੰਨਾ ਤੂੰ ਸ਼ਾਂਤ ਹੈ। ਇਹ ਰਾਤ ਵੀ ਨਹੀਂ ਟਿਕਦਾ, ਦਿਨੇ ਤਾਂ ਟਿਕਣਾ ਹੀ ਨਹੀਂ, ਰਾਤ ਵੀ ਨਹੀਂ ਟਿਕਦਾ। ਹੋਰ ਤੇ ਹੋਰ ਗੱਲ, ਇਹ ਰੱਬ ਦੀ ਬੰਦਗੀ 'ਚ ਵੀ ਨਹੀਂ ਟਿਕਦਾ। ਇਹ ਤਾਂ ਦਿਲ ਦੀ ਲਾਏ ਭਰਾਂਤ, ਦਰਵੇਸ਼ਾਂ ਨੂੰ ਲੋੜੀਏ। ਲੋੜੀਏ ਮੈਨੇ ਚਾਹੀਦਾ ਹੈ। ਤੇਰੀ ਕੀ ਲੋੜ ਹੈ? ਤੈਨੂੰ ਕੀ ਚਾਹੀਦਾ ਹੈ? ਅਤੇ ਦਰਵੇਸ਼ਾਂ ਨੂੰ ਕੀ ਚਾਹੀਦਾ ਹੈ? ਕੀ ਕਰਨਾ ਚਾਹੀਦਾ ਦਰਵੇਸ਼ਾਂ ਨੂੰ? ਰੁੱਖਾਂ ਦੀ ਜੀਰਾਂਦ, ਆਹ ਕੁਛ ਚਾਹੀਦਾ ਦਰਵੇਸ਼ ਨੂੰ। ਇੱਥੇ ਛੋਟੀ ਛੋਟੀ ਗੱਲ ਪਿੱਛੇ ਬੰਦੂਕਾਂ, ਪਹਿਲੋਂ ਥੜੇ ਬਣਾਏ, ਫਿਰ ਧੜੇ ਬਣਾਏ, ਅਤੇ ਫਿਰ ਬੰਦੂਕਾਂ ਰੱਖੀਆਂ, ਅਤੇ ਫਿਰ ਝਗੜੇ ਬਣਾਏ। ਵਾਹ ਵਾਹ ਵਾਹ, ਕੈਸੀ ਬਾਤ ਹੋਈ ਫਿਰਦੀ। ਥੋੜ੍ਹੀ ਜਿੰਨੀ ਵੀ ਧੀਰਜ ਨਹੀਂ ਹੈ। ਰੁੱਖ ਦੀ ਮੈਂ ਵਿਆਖਿਆ ਕਰ ਚੁੱਕਾ ਹਾਂ ਅੱਗੇ। ਕੋਈ ਵੱਟਾ ਮਾਰੇ, ਕੋਈ ਡੰਡਾ ਮਾਰੇ, ਕੋਈ ਪੱਤਾ ਤੋੜ ਕੇ ਲੈ ਜੇ, ਕੋਈ ਟਹਿਣੀ ਤੋੜ ਕੇ, ਕੋਈ ਜੜ ਵੱਢ ਕੇ ਤੁਰ ਜੇ, ਕੋਈ ਪਾਣੀ ਪਾ ਕੇ ਤੁਰ ਜੇ, ਉਹ ਐਂ ਖਲੋਤਾ ਹੈ। ਨਾ ਜੜ ਵੱਢਣ ਵਾਲੇ ਦਾ ਨਾ ਤਿਰਸਕਾਰ, ਅਤੇ ਨਾ ਪਾਣੀ ਪਾਉਣ ਵਾਲੇ ਦਾ ਧੰਨਵਾਦ। ਉਹ ਖਲੋਤਾ ਹੈ, ਸ਼ਾਂਤ ਖਲੋਤਾ ਹੈ, ਸ਼ਾਂਤ ਖਲੋਤਾ ਹੈ। ਅਤੇ ਅੱਜ ਕੱਲ੍ਹ ਦੇ ਡੇਰੇਦਾਰ ਬਾਬੇ ਜਿਹੜਾ ਥੈਲੀ ਬਹੁਤੀ ਵੱਡੀ ਰੱਖਦੇ, ਉਹਦੇ ਵਾਸਤੇ ਫਿਰ ਅੰਦਰੋਂ ਪ੍ਰਸ਼ਾਦ ਲਿਆਇਓ, ਫਿਰ ਇਹਨੂੰ ਦਈਏ। ਸੁੱਕੀਆਂ ਫੁੱਲੀਆਂ ਰੱਖੀਆਂ ਉੱਦਾਂ ਬਾਹਰ, ਕਿਸੇ ਨੇ ਥੈਲੀ ਰੱਖਤੀ, ਉਹ ਪ੍ਰਸ਼ਾਦ ਲਿਆਇਓ ਅੰਦਰੋਂ ਦਈਏ ਇਹਨਾਂ ਨੂੰ। ਕਾਜੂ, ਗਿਰੀਆਂ, ਮੇਵੇ ਉਹ ਅੰਦਰ ਰੱਖੇ ਹੋਏ। ਅਤੇ ਕੋਈ ਗਰੀਬ ਗੁਰਬੇ ਦੇ ਅੱਗੇ ਕੋਈ ਚਲ ਗਿਆ, ਉਹ ਮੁੜ ਕੇ ਆਈ ਭਾਈ, ਮੁੜ ਕੇ ਆਈ। ਅਸੀਂ ਉੱਥੇ ਹਜ਼ੂਰ ਸਾਹਿਬ ਇੱਕ ਵਾਰੀ ਗਏ, 2007 ਦੀ ਗੱਲ ਵਾ। ਉੱਥੇ ਸਾਡੇ ਕੋਲ ਬੱਚੇ 18-20 ਬੱਚੇ ਸੀ, ਅਤੇ ਮੇਰੇ ਨਾਲ ਇੱਕ ਸਿੰਘ ਸੀ ਯੂਪੀ ਤੋਂ, ਅਤੇ ਉਹ ਕਹਿੰਦਾ ਵੀ ਇਹਨਾਂ ਕੋਲ ਗੱਡੀਆਂ ਬੜੀਆਂ ਇੱਥੇ, ਕਾਰ ਸੇਵਾ ਵਾਲੇ ਬਾਬਾ, ਉਹ ਲੰਗਰ ਵਾਲੇ ਜਿਹੜੇ ਬਾਬੇ ਨੇ, ਅਤੇ ਕਹੀਏ ਇਹਨਾਂ ਨੂੰ ਵੀ ਗੱਡੀ ਇੱਕ ਸਾਨੂੰ ਦੇ ਦਿਓ, ਅਤੇ ਅਸੀਂ ਦਰਸ਼ਨ ਕਰ ਆਈਏ, ਸਾਡੇ ਕੋਲ ਬੱਚੇ ਨੇ। ਮੈਂ ਕਿਹਾ ਨਹੀਂ, ਇਹਨਾਂ ਨਹੀਂ ਦੇਣੀ। ਕਹਿੰਦੇ ਇੰਨੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਇੱਥੇ। ਮੈਂ ਕਿਹਾ ਪੁੱਛ ਲਓ ਫਿਰ। ਅਸੀਂ ਗਏ, ਉਹ ਜਿਹੜਾ ਬਾਬਾ ਬਲਵਿੰਦਰ ਸਿੰਘ ਜੀ ਨੂੰ ਕਹਿੰਦੇ, ਉਹਦੇ ਕਮਰੇ 'ਚ ਗਏ। ਐਂ ਕਿ ਉਹ ਨਾਲ ਦਾ ਨਿਹੰਗ ਸਿੰਘ ਕਹਿੰਦਾ, ਬਾਬਾ ਜੀ ਅਸੀਂ 20-25 ਜਾਣੇ, ਅਤੇ ਸਾਨੂੰ ਕੋਈ ਗੱਡੀ ਦੇ ਦਿਓ, ਅਸੀਂ ਲੋਕਲ ਦਰਸ਼ਨ ਕਰ ਆਈਏ ਸਵੇਰੇ। ਕਹਿੰਦਾ ਸਵੇਰੇ ਆਣ ਕੇ ਮਿਲਿਓ ਸਾਨੂੰ 7 ਕੁ ਵਜੇ ਉਸ ਕਮਰੇ 'ਚ ਥੱਲੇ। ਮੈਂ ਨਾਲ ਦੇ ਰੱਖਿਆ, ਮੈਂ ਕਿਹਾ ਨਹੀਂ, ਇਹ ਮਾਇਆ ਧਾਰੀਆਂ ਦੀ ਪੂਜਾ ਕਰਦੇ ਨੇ, ਇਹਨਾਂ ਨੇ ਸਾਡੀ ਗੱਲ ਨਹੀਂ ਮੰਨਣੀ। ਕਹਿਣ ਲੱਗਾ ਨਹੀਂ। ਮੈਂ ਚਲੋ ਪਰਖ ਲਓ। 7 ਵਜੇ ਉੱਥੇ ਗਏ, ਫਿਰ ਜਾ ਕੇ ਫਤਿਹ ਬੁਲਾਈ, ਮੱਥੇ 'ਤੇ ਵੱਟ ਪਏ ਹੋਏ ਨੇ, ਪਤਾ ਲੱਗ ਗਿਆ ਵੀ ਰਾਤ ਵਾਲੇ ਫਿਰ ਆ ਗਏ ਨੇ। ਉਹ ਉਹਨਾਂ ਡਰਾਈਵਰ ਸਾਡਾ ਕਿਤੇ ਗਿਆ ਹੋਇਆ ਵਾ, ਤੁਸੀਂ 8 ਕੁ ਵਜੇ ਆਣ ਕੇ ਮਿਲਿਓ ਜੀ। ਅਸੀਂ ਬਾਹਰ ਆ ਗਏ। ਨਾਲ ਦੇ ਮੈਂ ਕਿਹਾ ਵੇਖ ਲਾ। ਅਤੇ ਕੋਈ ਥੋੜ੍ਹੇ ਸਮੇਂ ਬਾਅਦ ਕੋਈ ਵੱਡੀ ਸਾਮੀ ਆ ਗਈ, ਉਹਨੇ ਚੰਗਾ ਦੱਥੀ ਵੱਡੀ ਰੱਖੀ ਨੋਟਾਂ ਦੀ, ਵਿਦੇਸ਼ ਤੋਂ ਆਇਆ। ਅੱਛਾ ਇੱਦਾਂ ਸਾਡੇ ਕੋਲ ਗੱਡੀਆਂ ਹੈਗੀਆਂ ਜੇ, ਅਤੇ ਤੁਸੀਂ ਤੁਹਾਨੂੰ ਇਹ ਦਰਸ਼ਨ ਕਰਾ ਲਿਆਉਂਦੇ ਇੱਥੋਂ ਲੋਕ ਸਾਰੇ। ਉਸ ਵੇਲੇ ਗੱਡੀ ਵੀ ਦੇ ਦਿੱਤੀ ਅਗਲਿਆਂ ਨੇ, ਜੀਪ ਨਾਲ ਡਰਾਈਵਰ ਦੇ ਦਿੱਤਾ। ਇਹ 10ਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ ਖਾਲਸਾ ਸੋਈ ਜੋ ਨਿਰਧਨ ਕੋ ਪਾਲੇ। ਇੱਥੇ ਅਮੀਰਾਂ ਦੇ ਉਪਾਸ਼ਕ ਨੇ, ਅਮੀਰਾਂ ਨੂੰ ਪੂਜਦੇ ਨੇ। ਤੁਸੀਂ ਇਹਨਾਂ ਨੂੰ ਕਿਤੇ ਪਰਖਣਾ ਹੋਵੇ ਤਾਂ ਗਰੀਬਾਂ ਵਾਲੇ ਕੱਪੜੇ ਪਾ ਕੇ ਇਹਨਾਂ ਦੇ ਡੇਰੇ ਜਾ ਕੇ ਵੇਖਿਓ ਜੇ। ਜਿਨ੍ਹਾਂ ਨੂੰ ਤੁਸੀਂ ਧਰਮ ਦੇ ਮਸੀਹੇ ਮੰਨ ਕੇ ਬੈਠੇ ਹੋ, ਕਿਤੇ ਗਰੀਬੀ ਹਾਲਤ ਇਹਨਾਂ ਕੋਲ ਜਾ ਕੇ ਕੋਈ ਆਟਾ 2 ਕਿਲੋ ਮੰਗਿਓ ਜੇ, ਤੁਹਾਡੀਆਂ ਸਾਰੀਆਂ ਇਹਨਾਂ ਦੇ ਪਾ ਜੋ ਗੁੜ ਜਾਣਗੇ। ਮੈਂ ਤਾਂ ਇਹਨਾਂ ਦੇ ਵਿੱਚ ਰਿਹਾ। ਰੱਬ ਖੈਰ ਕਰੇ। ਦਰਵੇਸ਼ਾਂ ਨੂੰ ਲੋੜੀਏ। ਕੀ ਚਾਹੀਦਾ ਹੈ? ਰੁੱਖਾਂ ਦੀ ਜੀਰਾਂਦ, ਰੁੱਖ ਵਰਗਾ ਦਰਵੇਸ਼ ਹੁੰਦਾ ਹੈ।
ਤਾਂ ਸੰਤ ਭਗਤ ਦੀ ਨਿਸ਼ਾਨੀ ਕੀ ਹੁੰਦੀ? ਕਿਸੇ ਵਿਦਵਾਨ ਨੇ ਗੱਲ ਲਿਖੀ ਆ, ਗੱਲ ਲੰਮੀ ਹੋ ਜਾਂਦੀ ਹੈ। ਉਹ ਕਹਿੰਦਾ ਦਇਆ ਦਿਲ ਰਾਖੇ ਸਭ ਕੋ, ਜਿਹਦੇ ਦਿਲ ਵਿੱਚ ਸਾਰਿਆਂ ਵਾਸਤੇ ਦਇਆ ਵਾ। ਚਿੜੀਆਂ, ਕਾਂ, ਗਟਾਰਾਂ, ਜੋ ਕੀੜੀ ਮਕੌੜਾ, ਜੋ ਕਹਿ ਲਓ 84 ਲੱਖ ਜੂਨ ਹੀ ਹੈ। ਜੀ ਦਇਆ ਦਿਲ ਰਾਖੇ ਸਭ ਕੋ, ਜਿਹੜਾ ਸਾਰਿਆਂ ਵਾਸਤੇ ਦਿਲ ਵਿੱਚ ਦਇਆ ਰੱਖਦਾ ਹੈ। ਨਿਤ ਭਾਖੇ ਕਾਮ ਕ੍ਰੋਧ ਜੀ, ਜਿਹੜਾ ਆਪਣੇ ਅੰਦਰੋਂ ਕ੍ਰੋਧ ਨੂੰ ਭਖ ਗਿਆ, ਖਾ ਗਿਆ। ਨਿਤ ਭਾਖੇ ਕਾਮ ਕ੍ਰੋਧ ਜੀ, ਕਾਮ ਨੂੰ ਖਾ ਜੇ, ਕ੍ਰੋਧ ਨੂੰ ਖਾ ਜੇ। ਜਾਨੇ ਹਰ ਕੋ ਮੀਤ ਏਕ, ਜਾਨੇ ਹਰ ਕੋ ਮੀਤ ਏਕ। ਧਰਤੀ ਉੱਤੇ ਕੇਵਲ ਇੱਕੋ ਹੀ ਮਿੱਤਰ ਉਹਦਾ ਹੋਵੇ, ਉਹ ਕਿਹੜਾ? ਰੱਬ। ਅਤੇ ਜਿਹਦਾ ਰੱਬ ਮਿੱਤਰ ਬਣ ਗਿਆ, ਉਹ ਸਾਰੀ ਖਲਕਤ ਨਾਲ ਹੀ ਪਿਆਰ ਕਰੇਗਾ। ਏਕ ਸੱਜਣ ਸਭ ਸੱਜਣਾ, ਫਿਰ ਬੁਰਾ ਦਿਸਣਾ ਹੀ ਕੋਈ ਨਹੀਂ ਹੈ, ਨਫ਼ਰਤ ਕਿਸੇ ਨਾਲ ਹੋਣੀ ਨਹੀਂ ਹੈ। ਅਤੇ ਅਸੀਂ ਛੋਟੇ ਛੋਟੇ ਪਿਆਰ ਵਿੱਚ ਡੁੱਬੇ ਹੋਏ ਹਾਂ, ਅਤੇ ਸੰਤ ਭਗਤ ਅਤੇ ਇੱਕ ਰੱਬੀ ਪਿਆਰ ਵਿੱਚ ਡੁੱਬੇ ਹੁੰਦੇ ਨੇ। ਉਹ ਸਾਰੀ ਖਲਕਤ ਨਾਲ ਅਸੀਂ ਮੋਹ ਕਰਦੇ ਹਾਂ, ਟੱਬਰ ਦੇ ਜੀਵਾਂ ਨਾਲ, ਉਹ ਸਮੁੱਚੀ ਖਲਕਤ ਨਾਲ ਪਿਆਰ ਕਰਦੇ ਨੇ। ਜਾਨੇ ਹਰ ਕੋ ਮੀਤ ਏਕ, ਔਰ ਜਗਤ ਕੀ ਰੀਤ ਨਾ ਪ੍ਰੀਤ ਜੀ। ਜਗਤ ਦੀਆਂ ਰੀਤਾਂ ਪ੍ਰੀਤਾਂ ਤੋਂ ਮੁਕਤ ਹੋ ਚੁੱਕੇ ਨੇ ਭਗਤ। ਹਉ ਬਲਿਹਾਰੀ ਸਾਜਣਾ, ਗੁਰੂ ਨਾਨਕ ਸਾਹਿਬ ਦੀ ਮੀਤਾਂ ਅਬ ਰੀਤਾਂ। ਔਰ ਜਗਤ ਕੀ ਰੀਤ ਮੇ ਨਾ ਪ੍ਰੀਤ ਜੀ, ਕੋਈ ਪ੍ਰੀਤ ਨਹੀਂ ਹੈ ਜਗਤ ਨਾ। ਮਨ ਸੰਤੋਖ ਯਾਰ, ਜਿਹਦਾ ਮਨ ਦੇ ਵਿੱਚ ਸੰਤੋਖ ਹੈ ਉਹ ਭਗਤ ਹੁੰਦਾ ਹੈ। ਮਨ ਸੰਤੋਖ ਯਾਰ, ਆਵਰਨ ਕੋ ਮਟਾਵੇ ਦੁੱਖ ਭੁੱਖ ਜੀ। ਜਿਹੜਾ ਦੁਖਿਆਰਿਆਂ ਦਾ ਹੋਵੇ, ਜਿਹੜਾ ਭੁਖਿਆਰਿਆਂ ਦਾ ਹੋਵੇ, ਜਿਹੜਾ ਦੀਨ ਦੁਨੀਆ ਦੇ ਪੱਖ ਵਿੱਚ ਬੋਲੇ। ਜੋ ਲਰੇ ਦੀਨ ਕੇ ਹੇਤ ਲਰੇ, ਜੋ ਖਾਲਸਾ ਸੋਈ ਜੋ ਨਿਰਧਨ ਕੋ ਪਾਲੇ। ਜਿਹੜਾ ਗਰੀਬ ਦੇ ਪੱਖ 'ਚ ਹੋਵੇ, ਮਟਾਵੇ ਦੁੱਖ ਭੁੱਖ ਜੀ। ਐਸੇ ਸ਼ਾਂਤ ਪਦ ਪਾਵੇ, ਇਹੋ ਜਿਹੀ ਸ਼ਾਂਤ ਪਦਵੀ ਉਹਨਾਂ ਦੇ ਕੋਲ ਹੁੰਦੀ ਆ। ਐਸੇ ਸ਼ਾਂਤ ਪਦ ਪਾਵੇ ਆਪ ਮਟਾਵੇ, ਆਪਾ ਮਟਾ ਕੇ ਸ਼ਾਂਤ ਪਦਵੀ ਨੂੰ ਜਿਹੜਾ ਪ੍ਰਾਪਤ ਕਰ ਗਿਆ ਹੈ। ਐਸੇ ਸ਼ਾਂਤ ਪਦ ਪਾਵੇ ਆਪ ਮਟਾਵੇ, ਤਬ ਭਗਤ ਕਹਾਵੇ ਜੀ। ਉਹ ਭਗਤ ਵਾ ਜਿਹੜਾ ਸਭ ਨਾਲ ਦਇਆ ਕਰੇ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਦੂਰ ਪਰਾਇਓ ਮੇਰੇ ਮਨ ਕਾ ਬਿਰਹਾ, ਤਮੇਲ ਕੀਓ ਮੇਰੇ ਰਾਜਨ। ਉਹਦੇ ਕੋਲ ਪਦਵੀ ਕਿਹੜੀ ਹੁੰਦੀ ਹੈ? ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ। ਉਹ ਭਗਤ ਨਹੀਂ ਹੁੰਦਾ, ਉਹ ਭਗਤ ਬ੍ਰਹਮ ਹੁੰਦਾ ਹੈ। ਉਹ ਭਗਤ ਬੰਦਾ ਨਹੀਂ ਹੁੰਦਾ, ਉਹ ਭਗਤ ਰੱਬ ਹੁੰਦਾ ਹੈ। ਅਤੇ ਜਿਹਦੇ ਕੋਲ ਰੁੱਖਾਂ ਜੈਸਾ ਜਿਰਾਂਦ ਹੈ, ਜਿਹਦੇ ਮਨ ਵਿੱਚ ਸਭ ਵਾਸਤੇ ਦਇਆ ਹੈ। ਅਤੇ ਸਾਹਿਬ ਕਹਿੰਦੇ ਨਾਨਕ ਭਗਤਾਂ, ਐਸੇ ਭਗਤਾਂ ਨੂੰ ਸਦਾ ਵਿਗਾਸ। ਸਾਨੂੰ ਤਾਂ ਜਪਜੀ ਸਾਹਿਬ ਨਾ ਪੜ੍ਹਨਾ ਕੋਈ ਵਿਗਾਸ ਆਉਂਦਾ ਨਹੀਂ ਹੈ।